देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। जे नवजोत ਸਿੰਘ ਸਿੱਧੂ ਜੇਲ੍ਹ ਜਾਵੇ ਤੇ ਫਿਰ ਬ੍ਰਹਮਿੰਦਰਾ ਵੀ ਜੇਲ੍ਹ ਜਾਣਾ ਚਾਹੀਦਾ, ਫਿਰ ਸੁੱਖ ਸਰਕਾਰੀਆ ਵੀ ਜੇਲ੍ਹ ਜਾਣਾ ਚਾਹੀਦਾ, ਫਿਰ ਸਿੰਗਲਾ ਵੀ ਜੇਲ੍ਹ ਜਾਣਾ ਚਾਹੀਦਾ, ਫਿਰ ਜਿੰਨਾ ਪਿਛਲਿਆਂ ਲੁੱਟ ਲਿਆ ਉਹ ਵੀ ਜੇਲ੍ਹ ਜਾਣੇ ਚਾਹੀਦੇ ਨੇ, ਕੱਲਾ ਨਵਜੋਤ ਸਿੰਘ ਸਿੱਧੂ ਕਿਉਂ? ਜਦੋਂ ਤੇ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਲੰਚ ਕਰ ਆਉਂਦੇ ਨੇ, ਵਿਜੀਲੈਂਸ ਵਾਲਾ ਤੋਤਾ ਜਿਹੜਾ ਉਹ ਪਿੰਜਰੇ 'ਚ ਬਹਿ ਜਾਂਦਾ ਜਾ ਕੇ। ਜਦੋਂ ਫਿਰ ਕਿਤੇ ਉਹ ਮਾੜੀ ਮੋਟੀ ਆਵਾਜ਼ ਚੁੱਕਦਾ ਤੇ ਵਿਜੀਲੈਂਸ ਜਾਂਚ ਫਿਰ ਤੇਜ਼ ਹੋ ਜਾਂਦੀ ਹੈ। ਸਿਰਫ ਟਵਿੱਟਰ ਦੇ ਉੱਤੇ ਇੱਦਾਂ ਤੇ ਬੜੇ ਮੰਗਣ ਵਾਲੇ ਮਤਲਬ ਉਹ ਜਾਂਦਿਆਂ ਕਹਿੰਦੇ ਨੇ ਕਿ ਤੇਰਾ ਦੁੱਧ ਪੁੱਤ ਫਲੇ ਜੀ, ਤੇਰਾ ਮਤਲਬ ਪਰਿਵਾਰ ਪਰਮਾਤਮਾ ਤੈਨੂੰ ਚੜ੍ਹਦੀਆਂ ਕਲਾਂ 'ਚ। ਇਹ ਤਾਂ ਭੰਡ ਹੈ, ਫਿਰ ਭੰਡਾਂ ਵਾਲੇ ਕੰਮ ਨੇ। ਪੰਜਾਬ ਦੇ ਵਿੱਚ ਕਰੋਨਾ ਦੇ ਚਲਦੇ ਲੋਕਡਾਊਨ ਲੱਗਿਆ ਹੋਇਆ ਤੇ ਵੱਡੀਆਂ ਰੈਸਟ੍ਰਿਕਸ਼ਨਾਂ ਸਰਕਾਰ ਵੱਲੋਂ ਪੰਜਾਬ ਸੂਬੇ ਵਿੱਚ ਲਗਾਈਆਂ ਗਈਆਂ ਨੇ। ਪਰ ਦੂਜੇ ਪਾਸੇ ਗੱਲ ਕਰੀਏ ਤੇ ਪੰਜਾਬ ਦੀ ਰਾਜਨੀਤੀ ਲਗਾਤਾਰ ਭਖਦੀ ਨਜ਼ਰ ਆ ਰਹੀ ਹੈ। ਖਾਸ ਕਰ ਕਾਂਗਰਸ ਦੇ ਵਿੱਚ ਆਪਸੀ ਕਾਟੋ ਕਲੇਸ਼ ਲਗਾਤਾਰ ਵੱਧਦਾ ਜਾ ਰਿਹਾ ਵਾ ਤੇ ਦੂਜੇ ਪਾਸੇ ਮਨਦੀਪ ਮੰਨਾ ਲਗਾਤਾਰ ਕਾਂਗਰਸ ਸਰਕਾਰ ਨੂੰ ਜਿੱਥੇ ਜਗਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ, ਉੱਥੇ ਨਵਜੋਤ ਸਿੰਘ ਸਿੱਧੂ ਜਿਹੜੇ ਪੰਜਾਬ ਨੂੰ ਜਗਾਉਣ ਵਾਸਤੇ ਲਗਾਤਾਰ ਇੱਕ ਤੋਂ ਇੱਕ ਬਾਅਦ ਟਵੀਟ ਕਰਦੇ ਨਜ਼ਰ ਆ ਰਹੇ ਨੇ, ਉਹਨਾਂ ਨੂੰ ਵੀ ਜਗਾਉਣ ਵਾਸਤੇ ਉਹਨਾਂ ਦੇ ਘਰ ਤੱਕ ਵੀ ਪਹੁੰਚਦੇ ਨੇ। ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਮੌਜੂਦ ਨੇ ਮਨਦੀਪ ਮੰਨਾ ਜੀ। ਮੰਨਾ ਜੀ, ਸਰਕਾਰ ਇੱਕ ਪਾਸੇ ਤਾਂ ਆਪਸੀ ਕਾਟੋ ਕਲੇਸ਼ ਦੇ ਵਿੱਚ ਲੱਗੀ ਹੋਈ ਹੈ, ਦੂਜੇ ਪਾਸੇ ਲੋਕ ਜਿਹੜੇ ਨੇ ਕਰੋਨਾ ਕਾਲ ਦੇ ਚਲਦੇ ਵੱਡੀਆਂ ਮੁਸ਼ਕਿਲਾਂ ਦੇ ਵਿੱਚ ਸਾਹਮਣਾ ਕਰ ਰਹੇ ਨੇ। ਨਵਜੋਤ ਸਿੰਘ ਸਿੱਧੂ ਜਵਾਨੀ ਅਤੇ ਕਿਸਾਨੀ ਦੀ ਗੱਲ ਕਰਦੇ ਆ, ਤੁਸੀਂ ਉਹਨਾਂ ਨੂੰ ਜਗਾਉਣ ਵਾਸਤੇ ਉਹਨਾਂ ਦੇ ਘਰ ਤੱਕ ਜਾਂਦੇ ਹੋ, ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਮੇਰੇ ਮਨ 'ਚ ਇੱਕ ਮਕਸਦ ਹੈ ਭਾਜੀ ਕਿ ਲੋਕ ਪਹਿਲਾਂ ਹੀ ਪਿਛਲੇ 20-25 ਸਾਲ ਤੋਂ ਗੁੰਮਰਾਹ ਨੇ। ਮਤਲਬ ਕਿਸੇ ਦੀਆਂ ਗੱਲਾਂ 'ਚ ਆ ਕੇ ਕਿਸੇ ਨੂੰ ਚੁਣਦੇ ਨੇ, ਕਿਸੇ ਦੀਆਂ ਗੱਲਾਂ 'ਚ ਆ ਕੇ ਕਿਸੇ ਨੂੰ ਚੁਣਦੇ ਨੇ। ਜੇ ਧੋਖਾ ਪੰਜਾਬ ਨੇ 2022 ਦੇ ਵਿੱਚ ਵੀ ਖਾ ਲਿਆ ਤੇ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਕੁਝ ਨਹੀਂ ਬਚਣਾ। ਬੱਚੇ ਸਾਰੇ ਬਾਹਰ ਜਾ ਰਹੇ ਨੇ, ਮਤਲਬ ਹਾਲਾਤ ਇਹੋ ਜਿਹੇ ਬਣੇ ਪਏ ਨੇ। ਕੋਈ ਵੀ ਪੜ੍ਹਿਆ ਲਿਖਿਆ ਬੱਚਾ, ਪੜ੍ਹਿਆ ਲਿਖਿਆ ਤਾਂ ਛੱਡੋ, ਕੋਈ ਵੀ ਇਨਕਲਾਬੀ ਬੱਚਾ ਪੰਜਾਬ 'ਚ ਰਹਿਣਾ ਹੀ ਨਹੀਂ ਚਾਹੁੰਦਾ। ਕਾਰਨ ਕੀ ਹੈ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਇੰਨਾ ਐਕਟਿਵ ਹੈ ਕਿ 1 ਮਿੰਟ ਦੇ ਵਿੱਚ ਤੁਹਾਨੂੰ ਮਤਲਬ US ਤੋਂ ਖਬਰ ਆ ਜਾਂਦੀ ਹੈ, 1 ਮਿੰਟ 'ਚ ਇੱਥੋਂ ਦੀ ਉੱਥੇ ਚਲੇ ਜਾਂਦੀ ਹੈ। ਜਦੋਂ ਬੱਚੇ ਕੰਪੈਰੀਜ਼ਨ ਕਰਦੇ ਨੇ ਕਿ ਬਾਹਰ ਕੀ ਹਾਲਾਤ ਨੇ, ਬਾਹਰ ਲੋਕਾਂ ਦੇ ਜਿਹੜੇ ਰਾਈਟਸ ਨੇ ਉਹ ਕੀ ਨੇ, ਫੰਡਾਮੈਂਟਲ ਰਾਈਟ ਕੀ ਨੇ, ਮੁੱਢਲੀਆਂ ਲੋੜਾਂ, ਮੁੱਢਲੀਆਂ ਸਹੂਲਤਾਂ ਕੀ ਦਿੰਦੀ ਹੈ ਸਰਕਾਰ, ਤੇ ਜਦੋਂ ਇੱਥੇ ਵੇਖਿਆ ਜਾਂਦਾ ਹੈ ਉਹ ਇਹਦਾ ਕੰਪੈਰੀਜ਼ਨ ਇੱਥੇ ਕਰਦੇ ਨੇ ਕਿ ਇੱਥੇ ਸਾਰਾ ਕੁਝ ਇਹ ਆਪ ਖਾਂਦੇ ਨੇ, ਤੇ ਉਹ ਬੱਚਾ ਇੱਥੇ ਰਹਿਣਾ ਪਸੰਦ ਹੀ ਨਹੀਂ ਕਰਦਾ ਕਿਉਂਕਿ ਉਹ ਇਕੱਲਾ ਲੜ ਹੀ ਨਹੀਂ ਸਕਦਾ ਸਿਸਟਮ ਦੇ ਨਾਲ। ਨਾ ਇੱਥੇ ਇਨਕਲਾਬੀ ਬੱਚੇ ਬਚਣਗੇ, ਨਾ ਇੱਥੇ ਪੜ੍ਹੇ ਲਿਖੇ ਬੱਚੇ ਬਚਣਗੇ। ਤੇ ਫਿਰ ਜਿੰਨਾ ਇਹਨਾਂ ਲੋਕਾਂ ਨੇ ਪਿਛਲੇ ਇੰਨੇ ਸਾਲਾਂ 'ਚ ਲੁੱਟ ਲਿਆ, 15-20 ਸਾਲਾਂ 'ਚ, ਹੋਰ ਪੰਜਾਬ ਨੂੰ ਕਿੰਨਾ ਮਤਲਬ ਜਿਵੇਂ ਕੱਪੜਾ ਨਿਚੋੜੀ ਦਾ ਨਾ, ਉਸ ਤਰੀਕੇ ਹੁਣ ਪੰਜਾਬ ਜਿਹੜਾ ਨਿਚੋੜਨ ਦੀ ਕਗਾਰ 'ਤੇ ਆ ਗਿਆ। ਔਰ ਮੇਰਾ ਮਕਸਦ ਉਹਦੇ ਘਰ ਜਾਣ ਦਾ ਵੀ ਇਹ ਸੀਗਾ ਕਿ ਉਹ ਬੜੇ ਆਪਣੇ ਆਪ ਨੂੰ ਪੰਜਾਬ ਦੇ ਹਮਦਰਦੀ ਦੱਸਦੇ ਨੇ। ਉਹ ਮੇਰੇ ਸਵਾਲ ਬੜੇ ਜੈਨੂਅਨ ਸੀਗੇ ਕਿ 2015 ਦੇ ਵਿੱਚ ਬੇਅਦਬੀ ਹੁੰਦੀ, 17 ਤੱਕ ਤੇ ਤੁਹਾਡੇ ਮੂੰਹ 'ਚੋਂ ਇੱਕ ਸ਼ਬਦ ਨਹੀਂ ਨਿਕਲਦਾ। ਕੇਵਲ ਵੋਟਾਂ ਦੀ ਰਾਜਨੀਤੀ ਕਿਉਂ? ਮਤਲਬ ਬੇਅਦਬੀ ਦੇ ਉੱਤੇ ਮੈਂ ਵੀ ਬੋਲਦਾ, ਬੇਅਦਬੀ ਦੇ ਉੱਤੇ ਮੈਂ ਕਿਸਾਨ ਅੰਦੋਲਨ ਦੇ ਉੱਤੇ ਵੀ ਬੋਲਿਆ, ਪਰ ਕੱਲਾ ਮੇਰਾ ਟੀਚਾ ਇਹ ਨਹੀਂ ਹੈ ਕਿ ਇਹਦੇ ਤੋਂ ਮੈਂ ਵੋਟ ਬੈਂਕ ਕੈਸ਼ ਕਰਾਂ। ਇਹਨਾਂ ਲੋਕਾਂ ਦੀ ਹਮਦਰਦੀ ਆਪਣੇ ਨਾਲ ਜਾਂ ਇਹਨਾਂ ਲੋਕਾਂ ਦਾ ਸਾਥ ਆਪਣੇ ਨਾਲ ਜੋੜਾਂ। ਜੇ ਤੁਸੀਂ ਪੰਜਾਬ ਦੇ ਏਡੇ ਹਮਦਰਦ ਹੋ ਤੇ ਜਦੋਂ ਤੁਸੀਂ 2 ਸਾਲ ਮਿਨਿਸਟਰ ਰਹੇ ਹੋ, ਇੰਨੀ ਕਰਪਸ਼ਨ ਤੁਹਾਡੀ, ਉਦੋਂ ਵੀ ਮੈਂ ਬੋਲਦਾ ਰਿਹਾ, ਤੁਸੀਂ ਕਹਿੰਦੇ ਰਹੇ IAS ਅਫਸਰ ਜਾਂਚ ਕਰੇਗਾ, ਤੁਸੀਂ ਕੁਝ ਵੀ ਨਹੀਂ ਕਰਾਇਆ। ਲੋਕਾਂ ਨੂੰ ਗੁੰਮਰਾਹ ਨਾ ਕਰੋ, ਤੁਸੀਂ ਇੰਨਾ ਕਹਿ ਦਿਓ ਮੇਰਾ ਮਕਸਦ ਕੋਈ ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਭਜਵਾਉਣਾ ਨਹੀਂ ਹੈ। ਉਹ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਹੋ ਸਕਦੀ ਹੈ। ਜੇ ਨਵਜੋਤ ਸਿੰਘ ਸਿੱਧੂ ਜੇਲ੍ਹ ਜਾਵੇ ਤੇ ਫਿਰ ਬ੍ਰਹਮਿੰਦਰਾ ਵੀ ਜੇਲ੍ਹ ਜਾਣਾ ਚਾਹੀਦਾ, ਫਿਰ ਸੁੱਖ ਸਰਕਾਰੀਆ ਵੀ ਜੇਲ੍ਹ ਜਾਣਾ ਚਾਹੀਦਾ, ਫਿਰ ਸਿੰਗਲਾ ਵੀ ਜੇਲ੍ਹ ਜਾਣਾ ਚਾਹੀਦਾ, ਫਿਰ ਜਿੰਨਾ ਪਿਛਲਿਆਂ ਲੁੱਟ ਲਿਆ ਉਹ ਵੀ ਜੇਲ੍ਹ ਜਾਣੇ ਚਾਹੀਦੇ ਨੇ, ਕੱਲਾ ਨਵਜੋਤ ਸਿੰਘ ਸਿੱਧੂ ਕਿਉਂ? ਜੇ ਨਵਜੋਤ ਸਿੰਘ ਸਿੱਧੂ ਦੀ ਕੋਈ ਜਾਂਚ ਚੱਲ ਰਹੀ ਹੈ ਤੇ ਫਿਰ ਕੀ ਗੱਲ ਉਸ ਤੋਂ ਬਾਅਦ ਹੁਣ ਕੋਈ ਕਰਪਸ਼ਨ ਬੰਦ ਹੋ ਗਈ ਉਸ ਡਿਪਾਰਟਮੈਂਟ ਦੇ ਵਿੱਚ? ਹੁਣ ਵੀ ਉਹਨਾਂ ਚੱਲ ਰਿਹਾ। ਮਕਸਦ ਮੇਰਾ ਇਹ ਸੀਗਾ ਕਿ ਸਿੱਧੂ ਸਾਹਿਬ ਆਹ ਕਰਪਸ਼ਨ ਦੀਆਂ ਫਾਈਲਾਂ ਨੇ। ਮੈਂ ਨਹੀਂ ਕਹਿੰਦਾ ਕਿ ਇਹਦੇ ਬਦਲੇ ਕੋਈ ਮੈਂ ਨੇਮ ਫੇਮ ਚਾਹੁੰਦਾ, ਮੈਂ ਤੁਹਾਡੇ ਅੰਦਰ ਆ ਜਾਂਦਾ ਇੱਕ ਨਿਮਾਣਾ ਬਣ ਕੇ। ਕਿਸੇ ਦੇ ਘਰ ਜਦੋਂ ਕੋਈ ਜਾਂਦਾ ਹੈ ਨਾ, ਉਦੋਂ ਕੋਈ ਨਿਮਾਣਾ ਬਣ ਕੇ ਜਾਂਦਾ। ਕੋਈ ਕਿਰਪਾਨਾਂ ਮਤਲਬ ਬੰਦੂਕਾਂ ਲੈ ਕੇ ਤੇ ਮੈਂ ਗਿਆ ਨਹੀਂ ਸੀਗਾ, ਇਕੱਲਾ ਬੰਦਾ ਤੇ 2-3 ਮੇਰੇ ਸਾਥੀ ਜਿਹੜੇ ਗਏ ਨੇ। ਮਨਸ਼ਾ ਇਹ ਸੀਗੇ ਕਿ ਆਹ ਮੈਂ ਫਾਈਲਸ ਤੇ ਆਹ ਸਾਰਾ ਕੁਝ ਤੁਹਾਡੇ ਸਾਹਮਣੇ ਰੱਖਾਂਗਾ, ਜਾਂ ਤੇ ਮੇਰੀ ਤਸੱਲੀ ਕਰਾ ਦਿਓ ਕਿ ਤੁਹਾਡੇ ਵੇਲੇ ਕੰਮ ਬੜਾ ਠੀਕ ਠਾਕ ਚੱਲਿਆ ਤੇ ਬਿਲਕੁਲ ਤੁਹਾਡਾ ਇਹਦੇ 'ਚ ਰੋਲ ਨਹੀਂ। ਜੇ ਥੱਲੇ ਕਿਤੇ ਹੋਈ ਵੀ ਆ ਤੇ ਆਪਾਂ ਉਹਨੂੰ ਇਗਨੋਰ ਕਰ ਸਕਦੇ ਹਾਂ, ਜਾਂ ਆਪਾਂ ਕਹਿ ਸਕਦੇ ਹਾਂ ਕਿ ਯਾਰ ਸਿੱਧੂ ਸਾਹਿਬ ਤੁਸੀਂ ਠੀਕ ਸੀਗੇ। ਜੇ ਤੁਸੀਂ ਮੇਰੀ ਤਸੱਲੀ ਨਹੀਂ ਕਰਾ ਪਾਉਂਦੇ ਤੇ ਫਿਰ ਜਿੱਦਣ ਤੁਹਾਡਾ ਦਿਲ ਕਰੇਗਾ ਤੁਸੀਂ ਕਹਿ ਦੇਣਾ ਕਿ ਹਾਂ ਮੰਨਾ ਠੀਕ ਬੋਲਦਾ ਸੀਗਾ। ਮੈਂ ਜੇ ਇਹਦੇ ਵਿੱਚ ਕੋਈ ਕ੍ਰੀਤੀਆਂ ਮੇਰੇ ਕੋਲ ਰਹਿ ਗਈਆਂ, ਕੋਈ ਗਲਤੀਆਂ ਹੋ ਗਈਆਂ, ਤੇ ਅੱਗੋਂ ਮੈਂ ਪੰਜਾਬ ਲਈ ਸਿਰਦਾ। ਕੱਲਾ ਟਵਿੱਟਰ ਦੇ ਉੱਤੇ ਲੜਾਈ ਲਈ ਜਾਣੀ, ਮਤਲਬ YouTube ਦੇ ਉੱਤੇ ਲੜਾਈ ਲੜੀ ਜਾਣੀ, ਇਹਦੇ ਉੱਤੇ ਚੋਣਾਂ ਹੋਣੀਆਂ ਨੇ, ਇਹਦੇ ਉੱਤੇ ਵੋਟਾਂ ਪੈਣੀਆਂ ਨੇ। ਜੇ ਪੰਜਾਬ ਲਈ ਲੜਨਾ ਚਾਹੁੰਦੇ ਹੋ, ਤੁਹਾਡੀਆਂ ਗਲਤੀਆਂ ਵੀ ਛੱਡਣ ਲਈ ਮੈਂ ਤਾਂ ਤਿਆਰ ਸੀਗਾ ਕਿ ਤੁਸੀਂ 6-8 ਮਹੀਨੇ ਪੰਜਾਬ ਨੂੰ ਇੰਨਾ ਕੰਮ ਕਰਕੇ ਵਿਖਾਓ, ਇਹਨਾਂ ਲੋਕਾਂ ਦੀ ਇੰਨੀ ਆਵਾਜ਼ ਬਣ ਕੇ ਵਿਖਾਓ। ਜੇ ਮਨਦੀਪ ਸਿੰਘ ਮੰਨੇ ਨੂੰ ਕੋਈ ਫੇਸਬੁੱਕ ਤੇ 50,000 ਬੰਦਾ ਸੁਣਦਾ ਤੇ ਸਿੱਧੂ ਨੂੰ 5 ਲੱਖ ਸੁਣਨ ਲਈ ਤਿਆਰ ਆ। ਤੁਹਾਡੀ ਜਿਹੜੀ ਕਰਪਸ਼ਨ ਆ ਜਾਂ ਤੁਹਾਡੀਆਂ ਜਿਹੜੀਆਂ ਕ੍ਰੀਤੀਆਂ ਨੇ, ਉਹ ਤੁਹਾਡੇ ਚੰਗੇ ਕੰਮਾਂ ਦੇ ਬਦਲੇ ਬੋਣੀਆਂ ਲੱਗਣ ਲੱਗ ਪੈਣ, ਤੇ ਤਾਂ ਜੋ ਅਸੀਂ ਲੋਕ ਕਰ ਸਕੀਏ ਕਿ ਹਾਂ ਯਾਰ ਤੇਰੇ ਕੋਲ ਗਲਤੀਆਂ ਹੋਈਆਂ ਨੇ ਪਰ ਤੇਰੇ ਚੰਗੇ ਕੰਮ ਬਹੁਤ ਜ਼ਿਆਦਾ ਨੇ। ਇਹ ਮੇਰਾ ਮਕਸਦ ਸੀਗਾ ਉਹਦੇ ਘਰ ਜਾਣ ਦਾ। ਵੱਡੇ ਐਲੀਗੇਸ਼ਨ ਲਗਾ ਰਹੇ ਹੋ ਤੁਸੀਂ, ਕਰਪਸ਼ਨ ਦੇ ਐਲੀਗੇਸ਼ਨ ਲਗਾ ਰਹੇ ਹੋ। ਪਿਛਲੇ ਦਿਨਾਂ ਵਿਜੀਲੈਂਸ ਜਾਂਚ ਦੇ ਇੱਕ ਜਿਹੜਾ
ਖਬਰਾਂ ਸੁਣਨ ਨੂੰ ਮਿਲੀਆਂ ਸੀਗੀਆਂ। ਉਹਦੇ ਤੇ ਉਹਨਾਂ ਨੇ ਕਿਹਾ ਸੀ, ਸਰਕਾਰ ਨੂੰ ਵੀ ਕਿਹਾ ਸੀਗਾ ਕਿ ਹੁਣ ਜ਼ੋਰ ਲਗਾ ਕੇ ਜਾਂਚ ਕਰਿਓ, ਆਪਣੇ ਕੰਮ ਦੇ ਵਿੱਚ ਲੱਗੇ ਰਹੋ। ਵੱਡੇ ਟਵੀਟ ਕਰਦੇ ਨਜ਼ਰ ਆ ਰਹੇ ਨੇ ਜਦੋਂ ਵੀ ਕੋਈ ਇਸ ਤਰ੍ਹਾਂ ਦੇ ਐਲੀਗੇਸ਼ਨ ਲੱਗਦੇ ਨੇ। ਦੇਖੋ ਜਿਹੜੀ ਕਰਪਸ਼ਨ ਆ ਨਾ ਜੀ, ਇਹ ਕੋਈ ਇਦਾਂ ਨਹੀਂ ਕਿ ਪੈਸੇ ਫੜ ਲਏ ਤੇ ਲੁਕ ਜਾਣੇ ਨੇ। ਇਹ ਕਾਗਜ਼ਾਂ 'ਚ ਕਰਪਸ਼ਨ ਹੈ, ਇਹ ਕਾਗਜ਼ਾਂ ਦੀ ਕਰਪਸ਼ਨ ਹੈ। ਇਹ ਜਿੰਨਾ ਚਿਰ ਸਿੱਧੂ ਸਾਹਿਬ ਜੀਂਦੇ ਰਹਿਣਗੇ ਉਹਨਾਂ ਚਿਰ ਇਹਦਾ ਜਵਾਬ ਦਿਓ, ਰਹਿਣਗੇ ਹੀ ਰਹਿਣਗੇ, ਉਹ ਦੇਣਾ ਪਊਗਾ। ਮੇਰੇ ਐਲੀਗੇਸ਼ਨ ਝੂਠੇ ਨੇ ਤੇ ਸਰਕਾਰ ਮੇਰੇ ਤੇ ਪਰਚਾ ਦਰਜ ਕਰਾ ਦੇਵੇ। ਸਿੱਧੂ ਸਾਹਿਬ ਕੋਈ ਐਡੇ ਵੱਡੇ ਵਕੀਲ ਨੇ, ਉਹ ਮੈਨੂੰ ਨੋਟਿਸ ਭਿਜਵਾ ਦੇਣ। ਮਤਲਬ ਗੱਲ ਤੇ ਕਰਨਾ ਮੇਰੇ ਨਾਲ। ਮੇਰੇ ਜਿਹੜੇ ਲਾਏ ਦੋਸ਼ ਨੇ ਕਈ ਥਾਵਾਂ ਤੇ ਮੈਂ ਕੱਢੇ ਨੇ, ਕਈ ਥਾਵਾਂ ਤੇ ਮੈਂ ਦੱਸ ਚੁੱਕਾ, ਕਈ ਥਾਵਾਂ ਤੇ ਸਿੱਧੂ ਸਾਹਿਬ ਨੇ ਆਪ ਜਾਂਚ ਬਿਠਾਉਣ ਦੀਆਂ ਗੱਲਾਂ ਕੀਤੀਆਂ ਸੀ, ਕੀਤਾ ਕੁਛ ਵੀ ਨਹੀਂ। ਔਰ ਦੂਜੀ ਚੀਜ਼, ਸਰਕਾਰ ਦੀ ਲੜਾਈ ਕੀ ਹੈ? ਸਿੱਧੂ ਸਾਹਿਬ ਦੀ ਵੇਲੇ ਕੁ ਵੇਲੇ ਵਿਜੀਲੈਂਸ ਜਾਂਚ ਹੁੰਦੀ ਰਹਿੰਦੀ ਹੈ। ਜਦੋਂ ਤੇ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਲੰਚ ਕਰ ਆਉਂਦੇ ਨੇ, ਵਿਜੀਲੈਂਸ ਵਾਲਾ ਤੋਤਾ ਜਿਹੜਾ ਉਹ ਪਿੰਜਰੇ 'ਚ ਬਹਿ ਜਾਂਦਾ ਜਾ ਕੇ। ਜਦੋਂ ਫਿਰ ਕਿਤੇ ਉਹ ਮਾੜੀ ਮੋਟੀ ਆਵਾਜ਼ ਚੁੱਕਦਾ ਤੇ ਵਿਜੀਲੈਂਸ ਜਾਂਚ ਫਿਰ ਤੇਜ਼ ਹੋ ਜਾਂਦੀ ਹੈ। ਜੇ ਸਿੱਧੂ ਸਾਹਿਬ ਏਡੇ ਸੁਹਿਰਦ ਸੀਗੇ, ਮੈਂ ਉਸ ਦਿਨ ਵੀ ਇਹ ਬੋਲਿਆ ਕਿ ਇਹ ਜਾਂਚ ਜਿਹੜੀ ਹੈ ਚਾਹ ਦੇ ਕੱਪ ਨਾਲ ਧੋਤੀ ਜਾਣੀ ਹੈ। ਇਹ ਜਾਂਚ ਜਿਹੜੀ ਹੈ ਖਾਣਾ ਜਿਹੜਾ ਖਾਣਾ ਉਹ ਭਾਂਡਿਆਂ ਨਾਲ ਹੀ ਧੋਤੀ ਜਾਣੀ ਹੈ। ਤੇ ਉਸ ਦਿਨ ਸਿੱਧੂ ਸਾਹਿਬ ਦਾ ਇੱਕ ਫੇਸਬੁੱਕ ਤੇ ਮੈਸੇਜ ਤੇ ਟਵਿੱਟਰ ਤੇ ਆ ਗਿਆ ਸੀਗਾ ਕਿ ਹੁਣ ਹਾਈ ਕਮਾਂਡ ਨੇ ਦਖਲ ਦੇ ਦਿੱਤਾ। ਮਤਲਬ ਹਾਈ ਕਮਾਂਡ ਨੇ ਦਖਲ ਦੇ ਦਿੱਤਾ ਤੇ ਬੇਅਦਬੀ ਤੇ ਇਨਸਾਫ ਮਿਲ ਗਿਆ। ਹਾਈ ਕਮਾਂਡ ਨੇ ਦਖਲ ਦੇ ਦਿੱਤਾ ਤੇ ਪੰਜਾਬ ਦਾ ਰੈਵਨਿਊ ਠੀਕ ਹੋ ਗਿਆ। ਮਤਲਬ ਇਹ ਜਾਂਚ ਕਿਸੇ ਵੇਲੇ ਵੀ ਬੰਦ ਹੋ ਸਕਦੀ ਆ, ਕਿਸੇ ਵੇਲੇ ਵੀ ਚਾਚੇ ਭਤੀਜੇ ਦਾ ਰਾਜੀਨਾਮਾ ਹੋ ਸਕਦਾ। ਇਹਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕੋਈ ਬਹੁਤਾ ਫਾਇਦਾ ਨਹੀਂ ਹੋਣਾ। ਉਸ ਜਾਂਚ ਮਨਦੀਪ ਸਿੰਘ ਮੰਨੇ ਕੋ ਤੇ ਕੋਈ ਏਜੰਸੀ ਨਹੀਂ ਹੈਗੀ, ਜਾਂ ਕੋਈ ਡੀਜੀਪੀ ਮੇਰੇ ਕਹਿਣ ਤੇ ਲੱਗਦਾ ਨਹੀਂ, ਜਾਂ ਮੇਰੇ ਆਖੇ ਤੇ ਲੱਗਦਾ ਨਹੀਂ। ਮੈਂ ਤੇ ਪੇਪਰ ਦੇ ਸਕਦਾ ਨਾ। ਮੈਂ ਲੋਕਾਂ ਨੂੰ ਮੈਂ ਵੀ ਤੁਹਾਨੂੰ ਦੱਸਦਾ, ਮੈਂ ਵਿਜੀਲੈਂਸ ਨੂੰ ਦੇਣਾ ਹੀ ਨਹੀਂ ਚਾਹੁੰਦਾ। ਮਤਲਬ ਜਿਹੜੇ ਪੇਪਰ ਉਹਨਾਂ ਕੋਲ ਹੈਗੇ ਨੇ ਦਿੱਤੇ ਨੇ ਮੇਰੇ, ਮਤਲਬ ਮੈਂ ਫਾਈਲਾਂ ਕੱਢ ਕੇ ਦਿੱਤੀਆਂ ਨੇ ਕਿ ਇਹਦੇ ਉੱਤੇ ਮਤਲਬ ਤੁਸੀਂ ਨੰਗਾ ਤੇ ਕਰੋ ਨਾ, ਜਿੰਨੀ ਬਰੀਕੀ ਨਾਲ ਤੁਸੀਂ ਜਾਂਚ ਕਰ ਸਕਦੇ ਹੋ ਤੁਸੀਂ ਕਰੋ। ਮੇਰਾ ਮਕਸਦ ਹੈ ਕਿ ਲੋਕਾਂ ਨੂੰ ਜਾਗਰੂਕ ਕਰਨਾ ਕਿ ਯਾਰ ਇਹਦੇ ਤੋਂ ਵੀ ਬਹੁਤੀ ਆਸ ਨਾ ਰੱਖੋ। ਜੇ ਬੰਦਾ ਤੁਹਾਡਾ ਮਤਲਬ ਸਹੀ ਮਾਇਨੇ ਦੇ ਵਿੱਚ ਵਫਾਦਾਰ ਹੋਵੇ ਤੇ ਇਹਨੂੰ ਤੇ ਜ਼ਮੀਨ ਦੀ ਤੌਰ ਦੇ ਉੱਤੇ ਲੜਾਈ ਲੜਨੀ ਚਾਹੀਦੀ ਸੀਗੀ। ਸਿੱਧੂ ਸਾਹਿਬ ਨੇ ਲੜਾਈ ਕਿੱਥੇ ਲੜੀ? 2004 ਦੇ ਉਹ ਪੋਲੀਟਿਕਸ ਦੇ ਵਿੱਚ ਨੇ। 2021 ਆ ਗਿਆ ਭਾਜੀ। 2021 ਚ 18 ਸਾਲਾਂ 'ਚ ਮੈਨੂੰ ਇੱਕ ਸਿੰਗਲ ਸੰਘਰਸ਼ ਦੱਸ ਦਿਓ ਜਿਹੜਾ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਲਈ ਕੀਤਾ ਹੋਵੇ। ਹਾਂ, ਇੱਕ ਲਾਂਘਾ ਉਹਨਾਂ ਖਿਲਾਇਆ, ਉਹ ਵੀ ਸੰਘਰਸ਼ ਨਹੀਂ ਹੈ, ਉਹ ਸਟਰਗਲ ਨਹੀਂ ਹੈ। ਉਹਨਾਂ ਦੇ ਯਰਾਨੇ ਨਾਲ ਖੁੱਲਿਆ। ਪੰਜਾਬ ਦੇ ਲੋਕਾਂ ਨਾਲ ਖਲੋਤੇ ਕਿੱਥੇ ਨੇ? 150 ਬੰਦਾ ਅੰਮ੍ਰਿਤਸਰ 'ਚ ਮਰਿਆ, 26 ਬੰਦੇ ਬਟਾਲੇ 'ਚ ਮਰੇ। ਸਿੱਧੂ ਸਾਹਿਬ ਨੇ ਤੇ ਕਿਤੇ ਹਾਜ਼ਰੀ ਵੀ ਨਹੀਂ ਲਵਾਈ ਉਹਨਾਂ ਦੇ ਭੋਗਾਂ ਦੇ ਉੱਤੇ ਵੀ ਮੈਂ ਉੱਥੇ ਹੀ ਆ ਜਾਵਾਂ। ਤੇ ਕੀ ਆਸ ਕੀਤੀ ਜਾ ਸਕਦੀ ਹੈ? ਜਿਹੜਾ ਬੰਦਾ ਵੋਟਾਂ ਲੈ ਕੇ 40,000 ਵੋਟ ਤੇ ਉਹ ਜਿੱਤੇ ਨੇ, 2-2 ਸਾਲ ਆਪਣੇ ਹਲਕੇ ਤੋਂ ਮਤਲਬ ਗਾਇਬ ਹੋ ਜਾਂਦੇ ਨੇ। ਉਹਨਾਂ ਲੋਕਾਂ ਦਾ ਫੋਨ ਨਹੀਂ ਚੁੱਕਦੇ, ਉਹਨਾਂ ਨੂੰ ਮਿਲਦੇ ਨਹੀਂ। ਤੇ ਕੀ ਫਾਇਦਾ ਉਹਨਾਂ ਲੋਕਾਂ ਦੇ ਪ੍ਰਤੀ? ਇਹ ਜਵਾਬਦੇਹ ਨਹੀਂ ਹੈਗੇ। ਉਹਨਾਂ ਮੇਰੇ ਤੇ ਛੱਡ ਦਿਓ, ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ, ਜਿਹੜੇ ਹਲਕੇ ਤੋਂ ਨੁਮਾਇੰਦਗੀ ਕਰਦੇ। ਇਲਜ਼ਾਮ ਲਾ ਰਹੇ ਹੋ ਨਵਜੋਤ ਸਿੰਘ ਸਿੱਧੂ ਦਾ ਹਮੇਸ਼ਾ ਆਪਣੇ ਟਵੀਟ ਦੇ ਵਿੱਚ ਹੋਵੇ, ਚਾਹੇ ਪ੍ਰੈਸ ਕਾਨਫਰੰਸ ਹੋਵੇ, ਉਹ ਕਹਿੰਦੇ ਸਿੱਧੂ ਮੰਗੇ ਪੰਜਾਬ ਦੀ ਖੈਰ। ਸਿਰਫ ਟਵਿੱਟਰ ਦੇ ਉੱਤੇ ਇਦਾਂ ਤੇ ਬੜੇ ਮੰਗਣ ਵਾਲੇ ਮਤਲਬ ਉਹ ਜਾਂਦੇ ਆ, ਕਹਿੰਦੇ ਨੇ ਕਿ ਤੇਰਾ ਦੁੱਧ ਪੁੱਤ ਫਲੇ ਜੀ, ਤੇਰਾ ਮਤਲਬ ਪਰਿਵਾਰ ਪਰਮਾਤਮਾ ਤੈਨੂੰ ਚੜ੍ਹਦੀਆਂ ਕਲਾਂ 'ਚ। ਇਹ ਤਾਂ ਭੰਡ ਹੈ, ਫਿਰ ਭੰਡਾਂ ਵਾਲੇ ਕੰਮ ਨੇ। ਜ਼ਮੀਨ ਤੇ ਆ ਕੇ ਪੰਜਾਬ ਦੀ ਖੈਰ ਕਿੱਦਾਂ ਮੰਗੋਗੇ? ਕੋਈ ਮਤਲਬ ਉੱਤੋਂ ਕੋਈ ਕੁਦਰਤੀ ਸ਼ਕਤੀ ਆ ਜਾਣੀ ਹੈ ਕਿ ਜਿੰਨੇ ਪੰਜਾਬ ਦੇ ਉੱਤੇ ਕੋਈ ਮਤਲਬ ਸ਼ਾਵਰ ਕਰ ਦੇਣਾ ਸਾਰਾ ਤੇ ਪੰਜਾਬ ਸਾਰਾ ਬਲੈਸਡ ਹੋ ਜਾਣਾ? ਇਦਾਂ ਨਹੀਂ ਹੈ। ਤੁਸੀਂ ਜ਼ਮੀਨ ਤੇ ਆ ਕੇ ਲੜੋ। ਕਿੱਦਾਂ ਖੈਰ ਮੰਗਦੇ ਹੋ? ਪੰਜਾਬ ਲੜਾਈ ਮੰਗਦਾ ਇਸ ਵੇਲੇ, ਪੰਜਾਬ ਖੈਰ ਨਹੀਂ ਮੰਗਦਾ। ਮੈਂ ਤੁਹਾਨੂੰ ਦੱਸਦਾ ਖੈਰ ਕਿੱਥੋਂ ਮੰਗਣੀ ਹੈ, ਕਿਹੜਾ ਸਾਨੂੰ ਸਾਈਂ ਦੇ ਸਰਿਆ। ਖੈਰ ਤੇ ਅਸੀਂ ਲੋਕਾਂ ਨੇ ਇਹਨਾਂ ਲੋਕਾਂ ਕੋਲ ਮੰਗਣੀ ਹੁੰਦੀ। ਜਿਹੜੀ ਸਰਕਾਰ ਹੁੰਦੀ ਹੈ ਨਾ, ਉਹ ਰੱਬ ਦਾ ਦੂਜਾ ਰੂਪ ਹੁੰਦੀ ਹੈ। ਤੁਸੀਂ ਕਿਸੇ ਮੰਦਿਰ 'ਚ ਜਾਂਦੇ ਹੋ ਤੇ ਭਗਵਾਨ ਦੇ ਅੱਗੇ ਅਰਦਾਸ ਕਰੀਦੀ ਹੈ ਕਿ ਮੈਨੂੰ ਆਹ ਚੀਜ਼, ਮੇਰਾ ਬੱਚਾ ਨੌਕਰੀ ਲੱਗ ਜੇ, ਮੇਰਾ ਘਰ ਬਣ ਜੇ। ਇਹ ਸੋਰਸ ਮਤਲਬ ਰੱਬ ਨੇ ਇਹ ਤਾਂ ਨਹੀਂ ਕਰਨਾ ਕਿ ਤੁਹਾਨੂੰ ਬਣਿਆ ਬਣਾਇਆ ਘਰ ਤੁਹਾਡੇ ਲਈ ਸੁੱਟ ਦੇਣਾ। ਇਹ ਸਰਕਾਰ ਦੂਜਾ ਰੱਬ ਹੁੰਦੀ, ਇਹਨੇ ਸੋਰਸ ਪੈਦਾ ਕਰਨੇ ਹੁੰਦੇ ਨੇ। ਕਿਸੇ ਵੀ ਸਿਆਸਤ ਦੇ ਵਿੱਚ ਇੱਕ ਵੀ ਐਗਜ਼ਾਮਪਲ ਦਿਖਾ ਦਿੱਤੀ ਜਾਵੇ, 6 ਸਾਲ ਦੀ ਐਮਪੀਸ਼ਿਪ ਰਾਜ ਸਭਾ ਦੀ ਛੱਡੀ ਹੋਵੇ, ਕੈਬਨਿਟ ਮਿਨਿਸਟਰੀ ਛੱਡੀ ਹੋਵੇ, ਐਮਐਲਏਸ਼ਿਪ ਛੱਡੀਆਂ ਹੋਣ, ਜਾਂ ਵੱਡੀਆਂ ਜਿਹੜੀਆਂ ਵਜ਼ੀਰੀਆਂ ਦੇ ਆਫਰ ਛੱਡੇ ਹੋਣ, ਇੱਕ ਵੀ ਐਗਜ਼ਾਮਪਲ ਇਸ ਤਰ੍ਹਾਂ ਦੀ ਦਿਖਾ ਦਿੱਤੀ ਜਾਵੇ ਤਾਂ ਉਹ ਰਾਜਨੀਤੀ ਤੋਂ ਸੰਨਿਆਸ ਲੈ ਲੈਣਗੇ। ਸਿੱਧੂ ਲਓ, ਉਹਨੂੰ ਕਹੋ ਹੁਣ ਆਪਣੇ ਪਿਓ ਦਾ ਤੇ ਰਾਜਨੀਤੀ ਤੋਂ ਸੰਨਿਆਸ ਲਵੀ। ਮੈਂ ਤੁਹਾਨੂੰ ਗਣਾਉਣ ਲੱਗਾ। ਸਿੱਧੂ ਸਾਹਿਬ ਪਹਿਲੀ ਵਾਰੀ ਐਮਪੀ ਬਣੇ ਨੇ ਲੱਖ ਵੋਟ ਤੇ, ਦੂਜੀ ਵਾਰੀ ਐਮਪੀ ਰਹਿ ਜਾਂਦੇ ਨੇ 60,000 ਤੇ, ਤੀਜੀ ਵਾਰੀ ਉਹ ਜਿੱਤਦੇ ਨੇ 6,000 ਤੇ। ਉਹ ਵੀ ਮਤਲਬ ਧੱਕਾ ਕਰਕੇ। ਸਾਰੇ ਪੰਜਾਬ ਨੂੰ ਪਤਾ ਸੀਗਾ ਕਿ ਉੱਥੋਂ ਓਮ ਪ੍ਰਕਾਸ਼ ਸੋਨੀ ਜਿੱਤ ਗਿਆ। ਕਈ ਜਿਹੜੀਆਂ ਮਸ਼ੀਨਾਂ ਸੀਗੀਆਂ ਉਹ ਗਾਇਬ ਕਰ ਦਿੱਤੀਆਂ ਗਈਆਂ, ਇੰਨੇ ਧਰਨੇ ਲੱਗੇ। ਉਹ ਤੁਸੀਂ ਖਰਾਤ ਮੰਗੀ ਸੀ, ਉਹ ਤੁਸੀਂ ਭੀਖ ਮੰਗੀ ਸੀ ਵਿਕਰਮ ਮਜੀਠੀਏ ਕੋਲੋਂ, ਮੈਨੂੰ ਜਿਤਾ ਦੇ, ਅੱਗੇ ਆਓ। ਜੇਤਲੀ ਨੂੰ ਟਿਕਟ ਮਿਲ ਜਾਂਦੀ ਹੈ। ਜੇਤਲੀ ਦੇ ਕੱਦ ਦਾ ਤੇ ਸਿੱਧੂ ਦੇ ਕੱਦ ਦਾ ਫਰਕ ਤੇ ਹੈਗਾ ਸੀ ਨਾ। ਮਤਲਬ ਇੱਕ ਦੇਸ਼ ਦਾ ਐਡਾ ਵੱਡਾ ਲੀਡਰ ਸੀਗਾ, ਭਾਜਪਾ ਲਈ ਉਹ ਰਿਹਾ। ਜਦੋਂ ਸਿੱਧੂ ਸਾਹਿਬ ਨੂੰ ਟਿਕਟ ਨਹੀਂ ਮਿਲਦੀ ਤੇ ਸਿੱਧੂ ਸਾਹਿਬ ਨੇ ਫਿਰ ਉਹਦੀ ਕੈਂਪੇਨ ਕਿਉਂ ਨਹੀਂ ਕੀਤੀ? ਮਤਲਬ ਇੱਕ ਡਿਮਾਂਡ ਸੀ ਨਾ ਕਿ ਮੈਨੂੰ ਐਮਪੀ ਦੁਬਾਰਾ ਇੱਥੋਂ ਹੀ ਲੜਾਇਆ ਜਾਵੇ। ਕਿੱਦਾਂ ਕਹਿੰਦੇ ਨੇ ਮਤਲਬ ਮੈਂ ਮਤਲਬ ਕੁਝ ਮੰਗਦਾ ਨਹੀਂ ਸਿਆਸਤ 'ਚ, ਅੱਗੇ ਆ ਜਾਓ। ਸਿੱਧੂ ਸਾਹਿਬ ਦੀ ਵਾਈਫ ਰੋਕਣਾ ਚਾਹੁੰਦਾ, ਉਹ ਕਹਿੰਦੇ ਨੇ ਕਿ ਪੰਜਾਬ ਤੋਂ ਦੂਰ ਰਹਿਣ ਵਾਸਤੇ ਕਿਹਾ ਜਾ ਰਿਹਾ ਸੀਗਾ, ਇਸ ਕਰਕੇ ਉਹ ਭਾਜਪਾ ਦਾ ਵਾਸਤੇ ਪ੍ਰਚਾਰ ਨਹੀਂ ਕੀਤਾ। ਇਹ ਕਿਹੜੇ ਲੀਡਰ ਦੀ ਸਟੇਟਮੈਂਟ ਹੈ ਕਿ ਸਿੱਧੂ ਸਾਹਿਬ ਨੂੰ ਨਾ ਕਿਹਾ ਹੋਵੇ ਹਰਿਆਣੇ 'ਚੋਂ ਇਲੈਕਸ਼ਨ ਲੜ ਲੈ? ਸਿੱਧੂ ਸਾਹਿਬ ਦੀਆਂ ਮਨਘੜੰਤ ਗੱਲਾਂ ਨੇ ਨਾ। ਉਹਨਾਂ ਨੂੰ ਪਤਾ ਹੈ ਕਿ ਹਾਂ ਮਤਲਬ ਇਹ ਲੋਕ ਮੇਰੀਆਂ ਇਹਨਾਂ ਗੱਲਾਂ 'ਚ ਆਉਣਗੇ। ਕਿਸੇ ਬੰਦੇ ਨੇ ਉਹਨਾਂ ਨੂੰ ਕਿਹਾ ਹੋਵੇ ਪੰਜਾਬ ਤੋਂ ਤੁਸੀਂ ਮਤਲਬ ਨਾ ਲੜੋ? ਕੋਈ ਇੱਕ ਸਟੇਟਮੈਂਟ ਬੀਜੇਪੀ ਦੀ ਆਈ ਹੋਵੇ, ਕੋਈ ਬੀਜੇਪੀ ਨੇ ਇਹਦੇ ਉੱਤੇ ਕੋਈ ਸਫਾਈ ਦਿੱਤੀ ਹੋਵੇ ਕਿ ਸਿੱਧੂ ਸਾਹਿਬ ਤੁਹਾਡੀਆਂ ਸੇਵਾਵਾਂ ਅਸੀਂ ਉੱਥੋਂ ਲੈਣੀਆਂ ਚਾਹੁੰਦੇ ਹਾਂ? ਜਿਹੜਾ ਬੰਦਾ ਰਹਿਣਾ ਹੀ ਬਾਹਰ ਗਿੱਜਿਆ ਹੋਵੇ, ਕਦੀ ਬੰਬੇ, ਕਦੀ ਫਲਾਣਾ, ਕਦੀ ਮਤਲਬ ਕਮੈਂਟਰੀ ਕਰਦਾ,
ਉਹ ਕਿੱਦਾਂ ਪੰਜਾਬ ਤੋਂ ਦੂਰ ਨਹੀਂ ਰਹਿ ਸਕਦਾ। ਸਿੱਧੂ ਸਾਹਿਬ ਜੇ ਪੰਜਾਬ ਤੋਂ ਇਲੈਕਸ਼ਨ ਵੀ ਲੜੇ ਨੇ, ਇਹਨਾਂ ਦਾ ਤੁਸੀਂ ਡਾਟਾ ਕਢਾ ਲਓ, ਪੰਜਾਬ 'ਚ ਕਿੰਨੇ ਦਿਨ ਰਹੇ ਨੇ, ਜਾਂ ਤੇ ਘਰ 'ਚ ਸੁੱਤੇ ਰਹੇ ਨੇ, ਲੋਕਾਂ 'ਚ ਕਿੰਨੇ ਦਿਨ ਰਹੇ ਨੇ ਪੂਰੇ ਪਿਛਲੇ 20 ਸਾਲਾਂ ਦੇ ਵਿੱਚ। ਅੱਗੇ ਆਓ, ਸਿੱਧੂ ਸਾਹਿਬ ਦੀ ਵਾਈਫ ਕੋਈ ਸੈਲੀਬ੍ਰਿਟੀ ਸੀਗੀ? ਇਹੋ ਜਿਹੇ ਕਈ ਡਾਕਟਰ ਤੁਰੇ ਫਿਰਦੇ ਨੇ। ਸਿੱਧੂ ਸਾਹਿਬ ਦੀ ਵਾਈਫ ਦੀ ਕੀ ਹਸਤੀ ਸੀਗੀ? ਆਪਣੀ ਵਾਈਫ ਲਈ ਟਿਕਟ ਮੰਗੀ, ਆਪਣੀ ਵਾਈਫ ਨੂੰ CPS ਦਾ ਅਹੁਦਾ ਦਵਾਇਆ, ਉਸ ਤੋਂ ਬਾਅਦ ਕਾਂਗਰਸ 'ਚ ਆਉਂਦੇ ਨੇ। ਇਹ ਪਹਿਲਾਂ ਹੀ ਤੈਅ ਹੋ ਚੁੱਕਾ ਸੀਗਾ ਕਿ ਸਿੱਧੂ ਸਾਹਿਬ ਇਸ ਸ਼ਰਤ 'ਤੇ ਆਏ ਨੇ, ਮੈਨੂੰ ਲੋਕਲ ਬੋਡੀ ਡਿਪਾਰਟਮੈਂਟ ਦਿੱਤਾ ਜਾਊਗਾ। ਵਜ਼ੀਰੀਆਂ ਨੂੰ ਲੱਤ ਮਾਰੀ, ਕੈਪਟਨ ਅਮਰਿੰਦਰ ਸਿੰਘ ਨੂੰ ਲੋਕਲ ਬੋਡੀ ਮਿਨਿਸਟਰ ਦੁਬਾਰਾ ਬਣਾ ਦਿੰਦਾ, ਤੇ ਫਿਰ ਸਿੱਧੂ ਸਾਹਿਬ ਮਤਲਬ ਫਿਰ ਤੇ ਕੈਪਟਨ ਨਾਲ ਲੜਾਈ ਵੀ ਕੋਈ ਨਹੀਂ ਸੀ ਵੱਜਦੀ। ਉਹਨੇ ਵੀ ਜਿੱਦ ਫੜ ਲਈ ਕਿ ਮੈਂ ਤੈਨੂੰ ਇਹ ਨਹੀਂ ਬਣਾਉਣਾ, ਮੈਂ ਨੀਵਾਂ ਪੈ ਜਾਣਾ। ਇਹਨੇ ਜਿੱਦ ਫੜ ਲਈ ਮੈਂ ਉਹੀ ਲੈਣਾ, ਲੜਾਈ ਤੇ ਉੱਥੋਂ ਵਧੀ ਤੇ 18 ਮਾਰਚ ਨੂੰ ਲਾਸਟ ਚਾਹ ਪੀਂਦੇ ਨੇ, ਜਦੋਂ ਉਹਨੇ ਵੀ ਕਹਿ ਦਿੱਤਾ ਵੀ ਇਹ ਨਹੀਂ ਮੈਂ ਦੇ ਸਕਦਾ, ਬਾਕੀ ਤੂੰ ਜੋ ਮਰਜ਼ੀ ਲੈ ਲਾ। ਫਿਰ ਇਹਨਾਂ ਸੋਚਿਆ ਵੀ ਚਲੋ ਅਗਲੀ ਵਾਰੀ ਖੇਡ ਲੈਂਦੇ ਆ। ਸੱਚਾਈ ਤੇ ਇਹ ਹੈ। ਤੁਸੀਂ ਲਗਾਤਾਰ ਨਵਜੋਤ ਸਿੰਘ ਸਿੱਧੂ ਦੇ ਵੱਡੇ ਇਲਜ਼ਾਮ ਲਗਾ ਰਹੇ ਹੋ, ਪੰਜਾਬ ਦੇ ਬਾਕੀ ਮਿਨਿਸਟਰਾਂ ਦੇ ਵੀ ਐਲੀਗੇਸ਼ਨ ਲਗਾ ਰਹੇ ਹੋ, ਉਹਨਾਂ ਦੇ ਵੀ ਕਰਪਸ਼ਨ ਦੇ ਚਾਰਜ ਹੋਣ ਦੇ ਐਲੀਗੇਸ਼ਨ ਲਗਾ ਰਹੇ ਹੋ, ਪਰ ਜੋ ਬਿਆਨਬਾਜ਼ੀ ਨਵਜੋਤ ਸਿੰਘ ਸਿੱਧੂ ਦੇ ਵਿਰੁੱਧ ਹੋ ਰਹੀ ਹੈ, ਬਾਕੀ ਮੰਤਰੀਆਂ ਦੇ ਵਿਰੁੱਧ ਕਿਉਂ ਨਹੀਂ ਕਾਰਵਾਈ ਹੁੰਦੀ? ਦੇਖੋ ਸਿੰਪਲ ਜੀ ਗੱਲ ਹੈ, ਮੈਂ ਉਸ ਦਿਨ ਵੀ ਬੋਲਿਆ, ਸ਼ਾਇਦ ਤੁਸੀਂ ਗੌਰ ਨਹੀਂ ਫਰਮਾਇਆ। ਮੈਂ ਕਿਹਾ ਸੀਗਾ ਕਿ ਇੱਥੋਂ ਬ੍ਰਹਮਿੰਦਰਾ ਤੁਰਿਆ ਜਾਵੇ, ਇੱਥੋਂ ਸੁੱਖ ਸਰਕਾਰੀਆ ਤੁਰਿਆ ਜਾਵੇ, ਇੱਥੋਂ ਵਿਜੇਂਦਰ ਸਿੰਗਲਾ ਤੁਰਿਆ ਜਾਵੇ। ਸਾਡੇ ਲੋਕਾਂ ਦੀ ਇੱਕ ਧਾਰਨਾ ਬਣ ਚੁੱਕੀ ਕਿ ਠੱਗ ਨੇ, ਸਾਨੂੰ ਕੋਈ ਬਹੁਤਾ ਬੁਰਾ ਮਹਿਸੂਸ ਨਹੀਂ ਹੁੰਦਾ। ਇੱਕ ਬੰਦਾ ਲੋਕਾਂ ਨੂੰ ਧਰਮਾਤਮਾ ਬਣ ਕੇ ਵਿਖਾ ਰਿਹਾ, ਇੱਕ ਲੋਕਾਂ ਨੂੰ ਦੱਸ ਰਿਹਾ ਮੈਂ ਕੀਤਾ ਹੀ ਕੁਛ ਨਹੀਂ ਤੇ ਜਵਾਬ ਵੀ ਕੋਈ ਨਹੀਂ ਦੇ ਰਿਹਾ, ਤੇ ਇਸ ਕਰਕੇ ਜ਼ਿਆਦਾ ਦੁੱਖ ਲੱਗਦਾ ਕਿਉਂਕਿ ਤੇਰੇ ਤੋਂ ਆਸ ਬੜੀ ਆ। ਜਿਹੜੇ ਬੰਦੇ ਦਾ ਪਤਾ ਹੀ ਹੈ ਠੱਗ ਚੋਰ ਹੈ, ਉਹਦਾ ਗੁੱਸਾ ਹੀ ਕੋਈ ਨਹੀਂ ਹੈਗਾ। ਇਹ ਵੀ ਕਿਹਾ ਜਾ ਰਿਹਾ ਕਿ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਹੋ, ਇਹ ਸਾਰੀ ਚੀਜ਼ ਜਿਹੜੀ ਹੈਗੀ ਹੈ ਨਵਜੋਤ ਸਿੰਘ ਸਿੱਧੂ ਦੀ, ਉਹਨਾਂ ਦੇ ਤੁਹਾਡੀ ਨਜ਼ਦੀਕੀਆਂ ਦੇ ਕਰਕੇ ਹੀ ਸਭ ਕੁਝ ਹੋ ਰਿਹਾ। 2 ਸਾਲ ਤੋਂ ਸਿੱਧੂ ਸਾਹਿਬ ਘਰ ਸੁੱਤੇ ਨੇ, ਮੈਂ ਤਾਂ ਸਿੱਧੂ ਸਾਹਿਬ ਦੇ ਬਾਰੇ ਕੁਝ ਬੋਲਿਆ ਹੀ ਨਹੀਂ ਸੀ। ਸਭ ਤੋਂ ਵੱਧ ਮੈਂ ਸਰਕਾਰ ਨੂੰ ਧੋਇਆ। ਅੱਜ ਵੀ ਤੁਸੀਂ ਦੇਖ ਲਓ, ਤੁਸੀਂ ਮੇਰਾ ਮਤਲਬ ਪੇਜ ਦੇਖੋ, ਉਹਦੇ ਵਿੱਚ ਸਭ ਤੋਂ ਵੱਧ ਜਿਹੜਾ ਮਾੜਾ ਤੇ ਉਹ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਬੋਲਿਆ ਤੇ ਲਾਹਨਤਾਂ ਪਾਈਆਂ ਨੇ। ਫਿਰ ਇਹ ਲੋਕਾਂ ਦੇ ਕਿਆਫੇ ਨੇ, ਕਿਸੇ ਤਰੀਕੇ ਵੀ ਲਾਏ ਜਾ ਸਕਦੇ ਨੇ। ਕਈ ਚੈਨਲਾਂ ਦੇ ਉੱਤੇ ਆ ਜਾਂਦਾ ਕਿ ਤੁਸੀਂ ਫਲਾਣੇ ਬੰਦੇ ਦੀ ਖਬਰ ਨਹੀਂ ਵਿਖਾਉਂਦੇ, ਉਹਨਾਂ ਨਾਲ ਤੁਸੀਂ ਰਲੇ ਹੋ। ਇਹ ਲੋਕਾਂ ਦੇ ਕਿਆਫੇ ਹੁੰਦੇ ਨੇ, ਜਿੰਨੇ ਮਰਜ਼ੀ ਲਾਈ ਜਾਣ। ਮੈਂ ਆਪਣੀ ਜ਼ਿੰਮੇਵਾਰੀ ਤੋਂ ਭੱਜਾਂ ਵਾਂ। ਮੈਂ ਮਤਲਬ ਕਿਸੇ ਕੁਤਾਹੀ ਕੀਤੀ ਹੋਵੇ ਕਿ ਜਿੱਥੇ ਸਰਕਾਰ ਦੀ ਕੋਈ ਕੁਤਾਹੀ ਹੈ ਤੇ ਮੈਂ ਉੱਥੇ ਜਾ ਕੇ ਬੋਲਿਆ ਨਹੀਂ, ਕੱਢੀ ਨਹੀਂ, ਤੇ ਫਿਰ ਤੇ ਤੁਸੀਂ ਕਹਿ ਸਕਦੇ ਹੋ ਮੈਂ ਕੈਪਟਨ ਅਮਰਿੰਦਰ ਸਿੰਘ ਨਾਲ ਰਲਿਆ। ਕੋਈ ਆਫਰਾਂ ਵੀ ਸਰਕਾਰ ਵੱਲੋਂ ਤੁਹਾਨੂੰ ਆਈਆਂ ਵਾ? ਬਹੁਤ ਆਫਰਾਂ ਆਉਂਦੀਆਂ ਨੇ ਜੀ, ਮੈਨੂੰ ਬੜੀਆਂ ਪਾਰਟੀਆਂ ਸ਼ਾਮਲ ਕਰਨ ਲਈ ਕਹਿੰਦੀਆਂ ਨੇ, ਸਰਕਾਰ ਵੱਲੋਂ ਮੈਨੂੰ ਮੇਜਰ ਆਫਰਾਂ ਆਉਂਦੀਆਂ ਨੇ, ਪਰ ਮੈਂ ਸਿੱਧੂ ਸਾਹਿਬ ਵਾਂਗੂ ਢੋਂਗ ਨਹੀਂ ਪਿੜਦਾ। ਮੈਨੂੰ ਚੇਅਰਮੈਨੀ ਦਾ ਲਾਲਚ ਦਿੱਤਾ, ਮੈਂ ਕੁਰਬਾਨ ਕਰਤੀ ਪੰਜਾਬ ਤੋਂ, ਜਦੋਂ ਮੇਰਾ ਜ਼ਮੀਰ ਹੀ ਨਹੀਂ ਮੰਨਦਾ। ਜਦੋਂ ਮੈਂ ਇਹ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਕੋਈ 3 ਮੇਜਰ ਕੰਮ ਚੰਗੇ ਕਰ ਦਿਓ, ਮੈਨੂੰ ਸੱਦਣ ਦੀ ਤੇ ਮੈਨੂੰ ਆਫਰ ਦੇਣ ਦੀ ਲੋੜ ਨਹੀਂ। ਮਨਦੀਪ ਸਿੰਘ ਮੰਨਾ ਕਹਿ ਦੂਗਾ ਕੈਪਟਨ ਅਮਰਿੰਦਰ ਸਿੰਘ ਜਿੰਦਾਬਾਦ। ਨਵਜੋਤ ਸਿੰਘ ਸਿੱਧੂ ਅੱਜ ਪੰਜਾਬ ਦੀ ਲੜਾਈ ਆ ਕੇ ਲੜੇ, ਜੇ ਕੀਤੀਆਂ ਗਲਤੀਆਂ ਨੂੰ ਮੰਨੇ ਤੇ 5-6 ਮਹੀਨੇ ਰਹਿ ਗਏ, ਨਵਜੋਤ ਸਿੰਘ ਸਿੱਧੂ ਡਟ ਕੇ ਲੜਾਈ ਲੜੇ ਤੇ ਮਨਦੀਪ ਸਿੰਘ ਮੰਨਾ ਕਹਿ ਦੂਗਾ ਮਤਲਬ ਨਵਜੋਤ ਸਿੰਘ ਸਿੱਧੂ ਜਿੰਦਾਬਾਦ। ਕੋਈ ਕੰਮ ਤੇ ਕਰਕੇ ਵਿਖਾਓ ਨਾ ਪੰਜਾਬ ਲਈ, ਆਫਰਾਂ ਤੇ ਵਿਕਣ ਵਾਲਾ ਮੈਂ ਨਹੀਂ ਹੈਗਾ। ਇੱਕ ਪਾਸੇ ਕਹਿ ਰਹੇ ਹੋ ਕਿ ਨਵਜੋਤ ਸਿੰਘ ਸਿੱਧੂ ਤੋਂ ਕੋਈ ਵੀ ਆਸ ਨਾ ਰੱਖੀ ਜਾਵੇ, ਇੱਕ ਪਾਸੇ ਕਹਿ ਰਹੇ ਹੋ ਕਿ ਨਵਜੋਤ ਸਿੰਘ ਸਿੱਧੂ 5-6 ਮਹੀਨੇ ਕੰਮ ਕਰਕੇ ਦਿਖਾਵੇ ਤੇ ਸਾਰੀਆਂ ਜਿਹੜੀਆਂ ਪਿਛਲੀਆਂ ਗਲਤੀਆਂ ਮਾਫ। ਭਾਜੀ ਮੈਨੂੰ ਨਹੀਂ ਪਤਾ ਤੁਸੀਂ ਕਿਉਂ ਖਿੱਚ ਰਹੇ ਹੋ, ਤੁਸੀਂ ਉਸ ਗੱਲ ਦੇ ਉੱਤੇ ਆਓ ਨਾ। ਮੈਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੀ ਲੜਾਈ ਲੜਨ, 5-6 ਮਹੀਨੇ ਲੋਕਾਂ ਦੀ ਪ੍ਰੀਖਿਆ ਦੇ ਵਿੱਚੋਂ ਖਰੇ ਉਤਰਨ, ਸਾਨੂੰ ਇਹ ਅਹਿਸਾਸ ਕਰਾਉਣ ਕਿ ਤੁਸੀਂ ਸਾਡੇ ਕਮਾਂਡਰ ਹੋ, ਤੁਸੀਂ ਸਾਡੇ ਸੈਨਾਪਤੀ ਬਣ ਸਕਦੇ ਹੋ। ਅੱਖਾਂ ਮੀਟ ਕੇ ਮੈਂ ਤੁਹਾਡਾ ਸਾਥ ਨਹੀਂ ਦੇ ਸਕਦਾ। ਕਿਸਾਨੀ ਦੀ ਲਗਾਤਾਰ ਹਿਮਾਇਤ ਕਰਦੇ ਆ ਰਹੇ ਨੇ। ਅੱਜ 26 ਜਿਹੜਾ ਹੈਗਾ ਤਰੀਕ ਹੈਗੀ ਤੇ 6 ਮਹੀਨੇ ਹੋ ਗਏ ਕਿਸਾਨੀ ਸੰਘਰਸ਼ ਨੂੰ, ਕਾਲਾ ਝੰਡਾ ਲਗਾਇਆ ਉਹਨਾਂ ਨੇ। ਕੱਲ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ, ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਕਿਸਾਨਾਂ ਦੇ ਨਾਲ ਹਰ ਬੰਦੇ ਦਾ ਦਿਲ ਜੁੜਿਆ। ਕਿਸਾਨੀ ਮੁੱਦੇ ਦੇ ਉੱਤੇ ਮਤਲਬ ਹਰ ਬੰਦਾ ਬੋਲ ਰਿਹਾ, ਉਹ ਦਿਲੋਂ ਮਤਲਬ ਦੁਆ ਨਿਕਲਦੀ ਹੈ ਕਿ ਇਹਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ। ਸਿੱਧੂ ਸਾਹਿਬ ਨੇ ਵੀ ਕਾਲਾ ਝੰਡਾ ਲਹਿਰਾਇਆ, ਪਰ ਸ਼ਰਤ ਇਹ ਹੈ ਕਿ ਇਹ ਝੰਡਾ ਪੱਕਾ ਬੁਲੰਦ ਰੱਖਣ। ਜੋ ਆਪਣੇ ਟਵਿੱਟਰ ਦੇ ਉੱਤੇ ਸਰਕਾਰ ਦੇ ਖਿਲਾਫ ਬੋਲ ਰਹੇ ਨੇ, ਜੋ ਉਹਦੇ ਉੱਤੇ ਨਿਆਂ ਮੰਗ ਰਹੇ ਨੇ, ਉਹ ਸੜਕਾਂ ਤੇ ਆ ਕੇ ਮੰਗਣ, ਉੱਥੇ ਕਿਸਾਨੀ ਅੰਦੋਲਨ 'ਚ ਜਾਣ। ਇਹਨਾਂ ਨੂੰ ਕਿਸੇ ਨੇ ਨਾ ਥੋੜ੍ਹੀ ਕੀਤੀ ਹੈ ਘਰ ਬਹਿ ਕੇ ਸਿਆਸਤ ਕਰੀ ਜਾਣੀ। ਉਹ ਸਿਆਸਤ ਕੈਪਟਨ ਅਮਰਿੰਦਰ ਸਿੰਘ ਸਿਸਵਾ ਫਾਰਮ ਤੇ ਬਹਿ ਕੇ ਕਰ ਰਹੇ ਨੇ, ਉਹੀ ਸਿਆਸਤ ਜਿਹੜੇ ਉਹ ਨਵਜੋਤ ਸਿੰਘ ਸਿੱਧੂ ਕਰ ਰਹੇ ਨੇ। ਜ਼ਮੀਨ ਤੇ ਆਉਣ ਤੋਂ ਡਰ ਕੀ ਹੈ, ਆਪਣੇ ਲੋਕਾਂ 'ਚ ਖਲੋਣ ਦਾ ਡਰ ਕੀ ਹੈ, ਇਹਨਾਂ ਚੀਜ਼ਾਂ ਦੇ ਜਵਾਬ ਮੰਗਦਾ ਨਾ ਮੈਂ ਉਹਦੇ ਤੋਂ। ਤੇ ਹੁਣ ਲਗਾਤਾਰ ਨੌਜਵਾਨਾਂ ਨੂੰ ਵੀ ਵੱਡੀ ਅਪੀਲ ਕਰਦੇ ਆ ਰਹੇ ਹੋ ਤੁਸੀਂ ਕਿ ਸਰਕਾਰਾਂ ਤੋਂ ਨਿਆਂ ਨਹੀਂ ਮਿਲਦਾ, ਨੌਜਵਾਨ ਅੱਗੇ ਆਣ, ਆਪਣਾ ਸੰਘਰਸ਼ ਆਪ ਲੜਨ। ਦੇਖੋ ਅੱਜ ਮੈਂ ਇੱਥੇ ਆਇਆ, ਕਈਆਂ ਥਾਵਾਂ ਤੋਂ ਮੈਨੂੰ ਸੱਦਾ ਆਉਂਦਾ, ਮੇਰਾ ਕੋਈ ਦਿਮਾਗ ਨੌਜਵਾਨਾਂ ਨੂੰ ਜ਼ਿਆਦਾ ਥੋੜ੍ਹੀ ਚੱਲਦਾ। ਮਤਲਬ ਇੱਕ ਜਨੂਨ ਹੈ ਮਨ ਦੇ ਵਿੱਚ। ਨਵਜੋਤ ਸਿੰਘ ਸਿੱਧੂ ਦਾ ਦਿਮਾਗ ਕੋ ਨੌਜਵਾਨਾਂ ਨੂੰ ਜ਼ਿਆਦਾ ਥੋੜ੍ਹੀ ਹੈ, ਕੈਪਟਨ ਦਾ ਦਿਮਾਗ ਕੋ ਜ਼ਿਆਦਾ ਥੋੜ੍ਹੀ ਹੈ। ਨੌਜਵਾਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੰਜਾਬ ਦੇ ਸੰਘਰਸ਼ ਲਈ ਅੱਗੇ ਆਉਣਾ ਚਾਹੀਦਾ, ਸਾਡੀ ਆਉਣ ਵਾਲੀ ਪੀੜ੍ਹੀ ਸੌਖੀ ਹੋ ਸਕੇ, ਕਿਉਂਕਿ ਅਸੀਂ ਗੁਲਾਮ ਆ। ਸਾਡੀ ਆਉਣ ਵਾਲੀ ਪੀੜ੍ਹੀ ਵੀ ਲੀਡਰਾਂ ਦੇ ਤਲਵੇ ਚੱਟਦੀ ਮਰ ਜੇਗੀ ਆਪਣੇ ਕੰਮ ਕਰ ਲਈ, ਆਪਣੀਆਂ ਨੌਕਰੀਆਂ ਲਈ। ਨੌਜਵਾਨਾਂ ਨੂੰ ਕਮਾਂਡ ਸਾਂਭਣੀ ਚਾਹੀਦੀ। ਕਿਸੇ ਤੋਂ ਆਸ ਕਿਉਂ ਰੱਖਦੇ ਨੇ ਨੌਜਵਾਨ? ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ, ਇੱਕ ਦੂਜੇ ਨੂੰ ਲਾਮਬੰਦ ਕਰੋ। ਤੁਸੀਂ ਖੁਦ ਆਪਣੇ ਲੀਡਰ ਬਣੋ ਨਾ, ਤੁਹਾਨੂੰ ਆਪਣੇ ਵਿੱਚੋਂ ਲੀਡਰ ਪੈਦਾ ਕਰਨੇ ਪੈਣਗੇ। ਇਹੀ ਮੇਰੀ ਨੌਜਵਾਨਾਂ ਨੂੰ ਅਪੀਲ ਹੈ।
ਤੇ ਕਰੋਨਾ ਕਾਲ ਚੱਲ ਰਿਹਾ ਵਾ, ਸਰਕਾਰ ਆਪਸੀ ਕਾਟੋ ਕਲੇਸ਼ ਲੱਗੀ ਹੋਈ ਆ। ਇੱਕ ਸਵਾਲ ਮੈਂ ਪਿਛਲਾ ਦੁਬਾਰਾ ਰਿਪੀਟ ਕਰ ਰਿਹਾ, ਪਰ ਜੋ ਕਰੋਨਾ ਦੇ ਵਿੱਚ ਲੋਕਾਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਸੀਗੀਆਂ, ਜੋ ਬੁਨਿਆਦੀ ਉਹਨਾਂ ਦੇ ਹੱਕ ਬੰਦੇ ਆ, ਉਹ ਕੀ ਮਿਲ ਰਹੀਆਂ ਵਾ? ਕੁਝ ਵੀ ਨਹੀਂ ਮਿਲ ਰਿਹਾ। ਸਰਕਾਰ ਆਪਣੀਆਂ ਲੜਾਈਆਂ ਚੁਲਝੀ ਆ, ਤੁਹਾਡੇ ਜ਼ਿਲ੍ਹੇ 'ਚ ਵੀ ਲੜਾਈਆਂ ਚੱਲਦੀਆਂ ਰਹਿੰਦੀਆਂ ਨੇ। ਇਹਦਾ ਆਮ ਪਬਲਿਕ ਨੂੰ ਕੀ ਫਾਇਦਾ? ਮਤਲਬ ਤੁਸੀਂ ਲੋਕਾਂ ਲਈ ਕੰਮ ਕਰੋ। ਮੈਂ ਉਸ ਦਿਨ ਸੁਖਬੀਰ ਬਾਦਲ ਨੂੰ ਵੀ ਇਹ ਬੇਨਤੀ ਕੀਤੀ ਸੀ ਕਿ ਕਿੰਨੀਆਂ ਰੈਲੀਆਂ ਤੁਸੀਂ ਕਰਦੇ ਸੀ। ਇਹ ਰੈਲੀਜ਼ ਤੁਸੀਂ ਲੋਕਾਂ ਦੀਆਂ ਦੁਕਾਨਾਂ ਖਿਲਾਉਣ ਲਈ ਕਰਦੇ, ਤੁਸੀਂ ਲੋਕਾਂ ਦਾ ਵਪਾਰ ਖਿਲਾਉਣ ਲਈ ਕਰਦੇ, ਤੁਸੀਂ ਲੋਕਾਂ ਨਾਲ ਖਲੋਣ ਲਈ ਕਰਦੇ, ਤੇ ਹੋ ਸਕਦਾ ਤੁਸੀਂ ਮਤਲਬ ਮੁੱਖ ਮੰਤਰੀ ਵੀ ਬਣਦੇ 2022 ਦੇ ਵਿੱਚ। ਮਤਲਬ ਲੋਕਾਂ ਨੂੰ ਅਹਿਸਾਸ ਤੇ ਕਰਾਓ, ਹਰ ਬੰਦਾ ਇੱਥੇ ਆਪਣੀ ਰਾਜਨੀਤੀ ਕਰ ਰਿਹਾ, ਚਾਹੇ ਉਹਦੇ ਵਿੱਚ ਕੋਈ ਵੀ ਆਉਂਦਾ। ਜੀ ਬਿਲਕੁਲ ਐਸੀ ਹੈ ਮਨਦੀਪ ਮੰਨਾ, ਜਿਹੜੇ ਨਵਜੋਤ ਸਿੰਘ ਸਿੱਧੂ ਨੂੰ ਵੱਡੇ ਜਿਹੜੇ ਹੈਗੇ ਆ ਜਵਾਬ ਦਿੰਦੇ ਨਜ਼ਰ ਆ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਨੂੰ ਜਗਾਉਣ ਦੀਆਂ ਗੱਲਾਂ ਕਰ ਰਹੇ ਨੇ, ਪਰ ਉਹ ਨਵਜੋਤ ਸਿੰਘ ਸਿੱਧੂ ਨੂੰ ਜਗਾਉਣ ਦੀ ਗੱਲ ਕਰ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਟਵਿੱਟਰ ਅਤੇ YouTube ਨੂੰ ਛੱਡ ਕੇ ਜਨਤਾ ਦੀ ਕਚਹਿਰੀ ਦੇ ਵਿੱਚ ਆ ਕੇ ਸੰਘਰਸ਼ ਲੜਨ, ਤਾਂ ਕਿ ਜਨਤਾ ਨੂੰ ਜਿਹੜੀਆਂ ਉਹਨਾਂ ਦੀਆਂ ਮੁਸ਼ਕਿਲਾਂ ਨੇ ਉਹ ਦੂਰ ਹੋ ਸਕਣ। ਤੇ 2022 ਦੇ ਵਿੱਚ ਜੇ ਨਵਜੋਤ ਸਿੰਘ ਸਿੱਧੂ ਅੱਗੇ ਚਿਹਰਾ ਬਣਨਾ ਚਾਹੁੰਦੇ ਨੇ ਤੇ 6 ਮਹੀਨੇ ਪਏ ਨੇ ਜਨਤਾ ਦੀ ਕਚਹਿਰੀ ਦੇ ਵਿੱਚ ਆ ਕੇ ਸੰਘਰਸ਼ ਲੜਨ, ਤੇ ਉਹ ਵੀ ਉਹਨਾਂ ਦਾ ਸਾਥ ਦੇਣਗੇ। ਕੈਮਰਾਮੈਨ ਰੋਹਿਤ ਦੇ ਨਾਲ ਵਿਵੇਕ ਟਲ, दैनिक सवेरा टीवी लुधियाना। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।